श्री गोविंदवाल साहिब की धरती के उत्ते असी पहुंचे हुए हैं। ਵੱਖ-ਵੱਖ गुरधामां के दर्शन तुहानूं असी करवा रहे हैं। इस समय जिथे मैं मौजूद हाँ ये गुरुद्वारा श्री चौबारा साहिब है। चौबारा साहिब वो थां जिथे गुरु अमरदास जी का घर होया करदा सी। तीजे पातशाह श्री गुरु अमरदास जी जदों इत्थे आके वसे उस तो बाद इसे थां नूं चौबारा साहिब जिथे अज गुरुद्वारा साहिब सुशोभित है इसे अस्थान नूं गुरु अमरदास जी ने अपना घर बनाया। इत्थे ही गुरु अमरदास जी रिहा करदे सी ते इत्थों ही अपना पूरा कामकार सी जिहड़ा ਉਹ ਉਹਨਾਂ ਦੇ ਵੱਲੋਂ ਚਲਾਇਆ ਜਾਂਦਾ ਸੀ। ਤੇ ਇਸ ਅਸਥਾਨ ਦੇ ਉੱਤੇ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਜਾਂ ਵੱਖ-ਵੱਖ ਜਿਹੜੇ ਕਮਰੇ ਨੇ ਉਹ ਹੁਣ ਯਾਦਗਾਰਾਂ ਸਥਾਪਿਤ ਕਰ ਦਿੱਤੀਆਂ ਗਈਆਂ ਨੇ। ਪਹਿਲਾਂ ਉਹ ਕਮਰਾ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਗੁਰੂ ਅਮਰਦਾਸ ਜੀ ਤਪ ਕਰਿਆ ਕਰਦੇ ਸਨ। ਗੁਰੂ ਅਮਰਦਾਸ ਜੀ ਜਿੱਥੇ ਸਿਮਰਨ ਕਰਦੇ ਸਨ ਉਸ ਥਾਂ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸੰਗਤ ਇੱਥੇ ਆ ਕੇ ਨਤਮਸਤਕ ਹੁੰਦੀ ਹੈ, ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੁੰਦੀ ਹੈ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ। ਤਾਂ ਇਹ ਉਹ ਸਥਾਨ ਜਿੱਥੇ ਗੁਰੂ ਅਮਰਦਾਸ ਜੀ ਸਿਮਰਨ ਕਰਿਆ ਕਰਦੇ ਸਨ ਤੇ ਇੱਥੇ ਹੀ ਬੀਬੀ ਭਾਨੀ ਜੀ ਜੋ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਸਨ ਜਿਨ੍ਹਾਂ ਦਾ ਵਿਆਹ ਫਿਰ ਬਾਅਦ ਦੇ ਵਿੱਚ ਜਾ ਕੇ ਭਾਈ ਜੇਠਾ ਜੀ ਜਾਣੀ ਕਿ ਗੁਰੂ ਰਾਮਦਾਸ ਜੀ ਦੇ ਨਾਲ ਹੋਇਆ। ਬੀਬੀ ਭਾਨੀ ਜੀ ਨੂੰ ਵਰ ਦਿੱਤਾ ਗਿਆ ਗੁਰੂ ਅਮਰਦਾਸ ਜੀ ਦੇ ਵੱਲੋਂ ਕਿ ਇਸ ਤੋਂ ਬਾਅਦ ਜਿਹੜੀ ਗੁਰਗੱਦੀ ਹੈ ਉਹ ਸੋਢੀ ਵੰਸ਼ ਦੇ ਵਿੱਚ ਹੀ ਰਹੇਗੀ। ਤਾਂ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਰਿਹਾ ਕਰਦੇ ਸਨ। ਆਪਣਾ ਪੂਰਾ ਕੰਮਕਾਰ ਜਿਹੜਾ ਸੀ ਉਹ ਇੱਥੋਂ ਚਲਾਉਂਦੇ ਸੀ। ਇਸ ਤੋਂ ਇਲਾਵਾ ਸਿਮਰਨ ਵੀ ਇਸੇ ਥਾਂ ਦੇ ਉੱਤੇ ਬੈਠ ਕੇ ਹੀ ਕਰਿਆ ਕਰਦੇ ਸਨ। ਤਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ ਇਸ ਸਥਾਨ ਦੇ ਉੱਤੇ ਕੀਤਾ ਗਿਆ ਤੇ ਸੰਗਤ ਇੱਥੇ ਆ ਕੇ ਹੀ ਨਤਮਸਤਕ ਹੁੰਦੀ ਹੈ। ਤੇ ਇਸ ਤੋਂ ਬਾਅਦ ਅੱਗੇ ਜਾ ਕੇ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਸਿਰਫ ਗੁਰੂ ਅਮਰਦਾਸ ਜੀ ਨਹੀਂ ਆਏ, ਇੱਥੇ ਗੁਰੂ ਰਾਮਦਾਸ ਜੀ ਵੀ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਦਾ ਪ੍ਰਕਾਸ਼ ਵੀ ਇੱਥੇ ਹੀ ਹੋਇਆ। ਤਾਂ ਉਹਨਾਂ ਦੇ ਨਾਲ ਜਿੰਨੀ ਵੀ ਸੰਬੰਧਿਤ ਚੀਜ਼ਾਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜਿਹੜਾ ਇੱਥੇ ਸੁਸ਼ੋਭਿਤ ਕਰ ਦਿੱਤਾ ਗਿਆ। ਤਾਂ ਹੁਣ ਇਹ ਉਹ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇੱਥੇ ਹੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਸੀ। ਗੁਰੂ ਅਮਰਦਾਸ ਜੀ ਜੇਕਰ ਇੱਥੇ ਤਪ ਕਰਦੇ ਸਨ, ਇੱਥੇ ਹੀ ਸਿਮਰਨ ਕਰਦੇ ਸਨ ਤਾਂ ਉਸੇ ਦੇ ਨਾਲ ਹੀ ਇੱਕ ਜਗ੍ਹਾ ਉਹ ਬਣਾਈ ਗਈ ਹੈ ਜਿੱਥੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਸਨ। ਤਾਂ ਉਸ ਥਾਂ ਦੇ ਉੱਤੇ ਵੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਤਾਂ ਗੁਰੂ ਰਾਮਦਾਸ ਜੀ ਵੀ ਇੱਥੇ ਰਹੇ, ਗੁਰੂ ਰਾਮਦਾਸ ਜੀ ਨੇ ਵੀ ਇੱਥੇ ਆਪਣਾ ਜੀਵਨ ਜਿਹੜਾ ਉਹ ਬਿਤਾਇਆ ਕਿਉਂਕਿ ਗੁਰੂ ਅਮਰਦਾਸ ਜੀ ਦੀ ਸੇਵਾ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਕਾਫੀ ਸਮਾਂ ਬਿਤਾਇਆ। ਗੁਰੂ ਰਾਮਦਾਸ ਜੀ ਸੇਵਾ ਕਰਦੇ ਸਨ ਗੁਰੂ ਅਮਰਦਾਸ ਜੀ ਦੀ ਤੇ ਉਸੇ ਤੋਂ ਬਾਅਦ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਹੀ, ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਹੀ ਗੁਰੂ ਅਮਰਦਾਸ ਜੀ ਦੇ ਵੱਲੋਂ ਭਾਈ ਜੇਠਾ ਜੀ ਜਾਨੀ ਕਿ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਜਿਹੜੀ ਹੈ ਉਹ ਸੌਂਪੀ ਗਈ ਸੀ। ਤਾਂ ਉਸ ਤੋਂ ਬਾਅਦ ਹੁਣ ਅਗਲੀ ਚੀਜ਼ ਦੇ ਉੱਤੇ ਚੱਲਦੇ ਹਾਂ ਉਹ ਹੈ ਗੁਰਦੁਆਰਾ ਸ੍ਰੀ ਥੰਮ ਸਾਹਿਬ। ਇਸੇ ਥਾਂ ਦੇ ਉੱਤੇ ਥੰਮ ਸਾਹਿਬ ਜਿਹੜਾ ਉਹ ਵੀ ਸੁਸ਼ੋਭਿਤ ਕੀਤਾ ਗਿਆ। ਥੰਮ ਸਾਹਿਬ ਉਹ ਥਾਂ ਉਹ ਚੀਜ਼ ਜਿੱਥੇ ਗੁਰੂ ਅਰਜਨ ਦੇਵ ਜੀ ਛੋਟੀ ਅਵਸਥਾ ਦੇ ਵਿੱਚ ਖੇਡਿਆ ਕਰਦੇ ਸਨ, ਜਿੱਥੇ ਉਹ ਆਪਣਾ ਪੂਰਾ ਬਚਪਨ ਗੁਰੂ ਅਰਜਨ ਦੇਵ ਜੀ ਵੱਲੋਂ ਬਿਤਾਇਆ ਗਿਆ। ਉਸੇ ਥਾਂ ਨੂੰ ਹੁਣ ਥੰਮ ਸਾਹਿਬ ਤੇ ਚੁੱਲ੍ਹਾ ਸਾਹਿਬ ਬੀਬੀ ਭਾਨੀ ਜੀ ਦੀ ਯਾਦ ਦੇ ਵਿੱਚ ਚੁੱਲ੍ਹਾ ਸਾਹਿਬ ਜਿਹੜਾ ਉਹ ਇੱਥੇ ਸੁਸ਼ੋਭਿਤ ਉਹ ਕੀਤਾ ਗਿਆ। ਥੰਮ ਸਾਹਿਬ ਜਿਸ ਤਰ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਲੱਕੜ ਦਾ ਪੂਰਾ ਉਹ ਥੰਮਲਾ ਜਿਹੜਾ ਉਸ ਨੂੰ ਹੁਣ ਸ਼ੀਸ਼ਿਆਂ ਦੇ ਵਿੱਚ ਜੜ ਦਿੱਤਾ ਗਿਆ ਜਿੱਥੇ ਆ ਕੇ ਸੰਗਤ ਜਿਹੜੀ ਹੈ ਉਹ ਨਤਮਸਤਕ ਹੁੰਦੀ ਹੈ। ਤਾਂ ਥੰਮ ਸਾਹਿਬ ਅਤੇ ਚੁੱਲ੍ਹਾ ਸਾਹਿਬ ਜਿਹੜਾ ਉਹ ਇੱਥੇ ਸੁਸ਼ੋਭਿਤ ਜਿਹੜਾ ਉਹ ਕੀਤਾ ਗਿਆ। ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਵੱਲੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਜਿਹੜੀ ਲਿਖਤ ਚੱਲ ਰਹੀ ਸੀ, ਜਦੋਂ ਉਹ ਲਿਖਵਾਈ ਜਾ ਰਹੀ ਸੀ ਤਾਂ ਉਸ ਸਮੇਂ ਜਿਸ ਪਾਲਕੀ ਦੇ ਵਿੱਚ ਪਹਿਲੇ ਚਾਰ ਪਾਤਸ਼ਾਹੀਆਂ ਦੀਆਂ ਸੈਂਚੀਆਂ ਅੰਮ੍ਰਿਤਸਰ ਲਿਜਾਈਆਂ ਗਈਆਂ ਉਹ ਪਾਲਕੀ ਸਾਹਿਬ ਵੀ ਅੱਜ ਇੱਥੇ ਸੁਸ਼ੋਭਿਤ ਹੈ। ਉੱਥੇ ਵੀ ਸੰਗਤ ਆ ਕੇ ਜਿਹੜੀ ਹੈ ਉਹ ਦਰਸ਼ਨ ਕਰਦੀ ਹੈ। ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਵੀ ਇੱਥੇ ਸੁਸ਼ੋਭਿਤ ਨੇ, ਉਹ ਰੱਖੇ ਗਏ ਨੇ ਤੇ ਉਹਨਾਂ ਨੂੰ ਵੀ ਸੰਗਤ ਜਿਹੜੀ ਹੈ ਨਤਮਸਤਕ ਹੁੰਦੀ ਹੈ ਇੱਥੇ ਆ ਕੇ। ਤਾਂ ਪਹਿਲਾਂ ਤੁਹਾਨੂੰ ਪਾਲਕੀ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਤੇ ਉਸ ਤੋਂ ਬਾਅਦ ਪਵਿੱਤਰ ਕੇਸ ਗੁਰੂ ਅਮਰਦਾਸ ਜੀ ਦੇ ਜਿਹੜੇ ਨੇ ਉਹ ਇੱਥੇ ਰੱਖੇ ਗਏ ਨੇ ਜਿੱਥੇ ਸੰਗਤ ਆ ਕੇ ਦਰਸ਼ਨ ਕਰਦੀ ਹੈ। ਤਾਂ ਇਹ ਉਹ ਪਾਲਕੀ ਸਾਹਿਬ ਜਿਸ ਦੇ ਵਿੱਚ ਪਹਿਲੀਆਂ ਚਾਰ ਪਾਤਸ਼ਾਹੀਆਂ
ਦੇ ਵੱਲੋਂ ਜੋ ਗੁਰਬਾਣੀ ਲਿਖੀ ਗਈ, ਜੋ ਗੁਰਬਾਣੀ ਇਕੱਠੀ ਕੀਤੀ ਗਈ, ਇਕੱਤਰ ਕਰਕੇ ਜਿਸ ਨੂੰ ਫਿਰ ਲਿਖਤ ਦਾ ਕੰਮ ਜਿਹੜਾ ਗੁਰੂ ਅਰਜਨ ਪਾਤਸ਼ਾਹ ਦੇ ਵੱਲੋਂ ਆਰੰਭ ਕਰਵਾਇਆ ਗਿਆ, ਭਾਈ ਗੁਰਦਾਸ ਜੀ ਦੇ ਵੱਲੋਂ ਲਿਖਤ ਦਾ ਕੰਮ ਸ਼ੁਰੂ ਕੀਤਾ ਗਿਆ। ਉਹ ਸੈਂਚੀਆਂ ਜਿਹੜੀਆਂ ਸੀ ਅੰਮ੍ਰਿਤਸਰ ਲਿਜਾਈਆਂ ਗਈਆਂ ਤੇ ਇਸੇ ਪਾਲਕੀ ਦੇ ਵਿੱਚ ਰੱਖ ਕੇ ਉਹ ਸੈਂਚੀਆਂ ਅੰਮ੍ਰਿਤਸਰ ਲਿਜਾਈਆਂ ਗਈਆਂ ਸੀ। ਤਾਂ ਇਹ ਉਹ ਚੁਬਾਰਾ ਸਾਹਿਬ ਦਾ ਪੂਰਾ ਸਥਾਨ ਜਿਸ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਕਿ ਜਿਹੜੀਆਂ ਚੀਜ਼ਾਂ ਇੱਥੇ ਸੁਸ਼ੋਭਿਤ ਨੇ, ਜਿਹੜੀਆਂ ਚੀਜ਼ਾਂ ਇੱਥੇ ਰੱਖੀਆਂ ਗਈਆਂ ਨੇ, ਜਿਨ੍ਹਾਂ ਦੇ ਦਰਸ਼ਨ ਹੁਣ ਸੰਗਤ ਆ ਕੇ ਕਰਦੀ ਹੈ। ਗੁਰਦੁਆਰਾ ਸਾਹਿਬ ਚੁਬਾਰਾ ਸਾਹਿਬ ਦਾ ਇਤਿਹਾਸ ਜਿਹੜਾ ਉਹ ਤੁਹਾਨੂੰ ਦੱਸ ਰਹੇ ਹਾਂ ਕਿ ਕੀ ਕੁਝ ਗੁਰਦੁਆਰਾ ਚੁਬਾਰਾ ਸਾਹਿਬ ਦੇ ਵਿੱਚ ਹੁਣ ਮੌਜੂਦ ਹੈ, ਜਿਸ ਦੇ ਦਰਸ਼ਨ ਸੰਗਤ ਆ ਕੇ ਕਰਦੀ ਹੈ। ਇਸ ਤੋਂ ਬਾਅਦ ਬਣਾਇਆ ਗਿਆ ਤਈਆ ਤਾਪ ਘਰ। ਇਹ ਉਹ ਕਮਰਾ, ਇਹ ਉਹ ਸਥਾਨ ਜਿੱਥੇ ਗੁਰੂ ਅਮਰਦਾਸ ਜੀ ਦੇ ਵੱਲੋਂ ਵਰ ਦਿੱਤਾ ਗਿਆ ਕਿ ਜੋ ਵੀ ਵਿਅਕਤੀ ਇੱਥੇ ਆ ਕੇ ਨਾਮ ਸਿਮਰਨ ਕਰੇਗਾ ਉਸ ਦਾ ਤਈਆ ਤਾਪ ਜਿਹੜਾ ਉਹ ਦੂਰ ਹੋ ਜਾਏਗਾ। ਤਈਆ ਤਾਪ ਮਤਲਬ ਕਿ ਜੇਕਰ ਕਿਸੇ ਨੂੰ ਬੁਖਾਰ ਰਹਿੰਦਾ, ਉਹ ਬੁਖਾਰ ਜਿਹੜਾ ਕੁਝ ਸਮੇਂ ਬਾਅਦ ਹੁੰਦਾ ਰਹਿੰਦਾ, ਬੁਖਾਰ ਨਹੀਂ ਉਤਰਦਾ, ਤਾਂ ਇੱਥੇ ਗੁਰੂ ਅਮਰਦਾਸ ਜੀ ਦੇ ਵੱਲੋਂ ਵਰ ਦਿੱਤਾ ਗਿਆ ਸੀ ਕਿ ਇਲਾਜ ਦੇ ਲਈ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਏਗੀ। ਇਸ ਕਮਰੇ ਦੇ ਵਿੱਚ ਆ ਕੇ, ਇਸ ਥਾਂ ਦੇ ਉੱਤੇ ਆ ਕੇ ਜੇਕਰ ਨਾਮ ਸਿਮਰਨ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਤਈਏ ਤਾਪ ਤੋਂ ਛੁਟਕਾਰਾ ਜਿਹੜਾ ਉਹ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਮਰੀਜ਼ ਨੂੰ ਜਿਹੜਾ ਉਹ ਮਿਲ ਜਾਏਗਾ। ਤਾਂ ਇਹ ਵਰ ਗੁਰੂ ਅਮਰਦਾਸ ਜੀ ਦੇ ਵੱਲੋਂ ਦਿੱਤਾ ਗਿਆ ਸੀ। ਉਹ ਇਤਿਹਾਸ ਵੀ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਗੁਰੂ ਅਮਰਦਾਸ ਜੀ ਇੱਕ ਵਾਰ ਭਗਤੀ ਦੇ ਵਿੱਚ ਲੀਨ ਸੀ, ਭਗਤੀ ਕਰ ਰਹੇ ਸਨ, ਤਾਂ ਉਸ ਸਮੇਂ ਗੁਰੂ ਅਮਰਦਾਸ ਜੀ ਨੂੰ ਆਵਾਜ਼ ਸੁਣਾਈ ਦਿੱਤੀ, ਕਿਸੇ ਮਾਤਾ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਤਾਂ ਉਹਨਾਂ ਨੇ ਆਪਣੇ ਸੇਵਕ ਨੂੰ ਪੁੱਛਿਆ ਕਿ ਇਹ ਰੋਣ ਦੀ ਆਵਾਜ਼ ਕਿਸ ਦੀ ਹੈ। ਤਾਂ ਸੇਵਕ ਨੇ ਕਿਹਾ ਕਿ ਇੱਕ ਮਾਤਾ ਦਾ ਪੁੱਤਰ ਗੁਜ਼ਰ ਗਿਆ, ਕਿਉਂਕਿ ਉਸ ਨੂੰ ਬੁਖਾਰ ਸੀ। ਪੁੱਤਰ ਗੁਜ਼ਰ ਜਾਣ ਤੋਂ ਬਾਅਦ ਮਾਤਾ ਦਾ ਰੋ ਕੇ ਬੁਰਾ ਹਾਲ ਹੈ। ਤਾਂ ਫਿਰ ਗੁਰੂ ਅਮਰਦਾਸ ਜੀ ਨੇ ਅਰਦਾਸ ਕੀਤੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ ਮੇਰੇ ਹੁੰਦਿਆਂ ਹੋਇਆਂ, ਜਦੋਂ ਤੱਕ ਮੈਂ ਇਸ ਧਰਤੀ ਦੇ ਉੱਤੇ ਹਾਂ, ਉਦੋਂ ਤੱਕ ਅਜਿਹਾ ਕੋਈ ਦਿਨ ਨਾ ਆਵੇ ਜਦੋਂ ਕਿਸੇ ਮਾਂ ਦਾ ਪੁੱਤਰ ਇਸ ਦੁਨੀਆ ਤੋਂ ਚਲਾ ਜਾਏ, ਇਸ ਦੁਨੀਆ ਤੋਂ ਵਿਛੋੜਾ ਜਿਹੜਾ ਉਸਦਾ ਹੋ ਜਾਏ। ਤਾਂ ਉਸੇ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਇਸ ਤਪ ਸਥਾਨ ਦੇ ਉੱਤੇ ਇਹ ਵਰ ਦਿੱਤਾ ਕਿ ਇੱਥੇ ਆ ਕੇ ਜੋ ਵੀ ਨਾਮ ਸਿਮਰਨ ਕਰੇਗਾ ਉਸ ਦਾ ਬੁਖਾਰ ਜਿਹੜਾ ਉਹ ਦੂਰ ਹੋ ਜਾਏਗਾ। ਉਸ ਤੋਂ ਬਾਅਦ ਹੁਣ ਤੁਹਾਨੂੰ ਦਰਸ਼ਨ ਕਰਵਾ ਰਿਹਾ ਪ੍ਰਕਾਸ਼ ਅਸਥਾਨ ਪਾਤਸ਼ਾਹੀ ਪੰਜਵੀਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ। ਤਾਂ ਅਰਜਨ ਦੇਵ ਜੀ ਦਾ ਜਨਮ ਅਸਥਾਨ ਹੈ ਗੁਰਦੁਆਰਾ ਚੁਬਾਰਾ ਸਾਹਿਬ, ਉਹ ਅਸਥਾਨ ਜਿੱਥੇ ਗੁਰੂ ਅਮਰਦਾਸ ਜੀ ਠਹਿਰੇ। ਅਮਰਦਾਸ ਜੀ ਤੋਂ ਬਾਅਦ ਬੀਬੀ ਭਾਨੀ ਜੀ ਦੇ ਨਾਲ ਗੁਰੂ ਰਾਮਦਾਸ ਜੀ ਠਹਿਰੇ। ਗੁਰੂ ਰਾਮਦਾਸ ਜੀ ਇੱਥੇ ਰਹਿੰਦੇ ਸੀ। ਤਾਂ ਇਸੇ ਸਥਾਨ ਦੇ ਉੱਤੇ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਦੀ ਕੁੱਖੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਜਿਹੜਾ ਉਹ ਇਸ ਅਸਥਾਨ ਦੇ ਹੁੰਦਾ। ਤਾਂ ਇਸ ਕੋਠੜੀ ਦੇ ਵਿੱਚ ਉਹ ਜਨਮ ਹੋਇਆ ਸੀ, ਜਿਸ ਤੋਂ ਬਾਅਦ ਹੁਣ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸੰਗਤ ਇੱਥੇ ਵੀ ਆ ਕੇ ਨਤਮਸਤਕ ਹੁੰਦੀ ਹੈ, ਇੱਥੇ ਆ ਕੇ ਸਿਮਰਨ ਕਰਦੀ ਹੈ, ਕਿਉਂਕਿ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਉਹ ਥਾਂ, ਉਹ ਦਿਨ ਕਿੰਨਾ ਭਾਗਾਂ ਵਾਲਾ ਹੋਏਗਾ ਜਿਸ ਦਿਨ ਗੁਰੂ ਅਰਜਨ ਦੇਵ ਜੀ ਦਾ ਜਨਮ ਜਿਹੜਾ ਉਹ ਇੱਥੇ ਹੋਇਆ। ਤਾਂ ਮਾਤਾ ਭਾਨੀ ਜੀ ਇੱਥੇ ਹੀ ਸਨ ਜਦੋਂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਧਾਰਿਆ। 1563 ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਜਨਮ ਹੁੰਦਾ ਤੇ ਉਸ ਤੋਂ ਬਾਅਦ ਖੁਸ਼ੀਆਂ ਜਿਹੜੀਆਂ ਉਹ ਗੁਰੂ ਰਾਮਦਾਸ ਜੀ ਦੇ ਘਰੇ ਆਉਂਦੀਆਂ ਨੇ। ਤਾਂ ਉਸ ਤੋਂ ਬਾਅਦ ਹੀ ਇਹ ਐਲਾਨ ਜਿਹੜਾ ਉਹ ਕੀਤਾ ਜਾਂਦਾ ਕਿ ਇਸ ਤੋਂ ਬਾਅਦ ਜਿਹੜੀ ਗੁਰਗੱਦੀ ਹੈ ਉਹ ਸੋਢੀ ਵੰਸ਼ ਦੇ ਵਿੱਚ ਰਹੇਗੀ। ਸੋਢੀ ਵੰਸ਼ ਦੇ ਵਿੱਚ ਹੀ ਗੁਰਗੱਦੀ ਜਿਹੜੀ ਹੈ ਇਸ ਤੋਂ ਬਾਅਦ ਰਹੇਗੀ। ਤਾਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਆਉਂਦੇ ਨੇ, ਫਿਰ ਗੁਰੂ ਹਰਗੋਬਿੰਦ ਜੀ ਤੋਂ ਬਾਅਦ ਗੁਰੂ ਹਰਰਾਏ ਜੀ ਆਉਂਦੇ ਨੇ, ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਨੇ। ਤਾਂ ਇਸ ਤਰੀਕੇ ਦੇ ਨਾਲ ਇਹ ਪੂਰੀ ਲੜੀ ਚੱਲਦੀ ਹੈ। ਤਾਂ ਇਹ ਉਹ ਭਾਗਾਂ ਵਾਲਾ ਸਥਾਨ ਕਹਿ ਸਕਦੇ ਹਾਂ ਜਿੱਥੇ ਤਿੰਨ ਪਾਤਸ਼ਾਹੀਆਂ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਆਪਣੀ ਚਰਨ ਛੋਹ ਪਾਈ ਤੇ ਇੱਥੇ ਆ ਕੇ ਕੁਝ ਸਮਾਂ ਬਿਤਾਇਆ ਵੀ ਹੈ। ਹਾਲਾਂਕਿ ਗੁਰੂ ਅਮਰਦਾਸ ਜੀ ਲੰਬਾ ਸਮਾਂ ਰਹੇ ਨੇ, ਪਰ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਿਉਂਕਿ ਇੱਥੇ ਹੋਇਆ, ਇਸ ਤੋਂ ਬਾਅਦ ਜਦੋਂ ਉਹ ਵੱਡੇ ਹੋ ਗਏ, ਗੁਰਗੱਦੀ ਉਹਨਾਂ ਨੂੰ ਸੌਂਪ ਦਿੱਤੀ ਗਈ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕੰਮਕਾਰ ਹੋਰ ਅੱਗੇ ਵਧਾਉਂਦੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ ਸੀ। ਤਾਂ ਗੁਰਦੁਆਰਾ ਚੁਬਾਰਾ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਵਾਏ ਆ। ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਮੈਂ ਨਵਜੋਤ ਕੌਰ, ਗੋਇੰਦਵਾਲ।